ਸਾਹਿਬ ਜੀ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਨਾਹਿਨ ਨਿਰਮਲ ਕਰਨੀ। ਸਾਧ ਸੰਗਤ ਕੈ ਅੰਚਲ ਲਾਵਹੁ, ਬਿਖਮ ਨਦੀ ਜਾਏ ਤਰਨੀ। ਜਨ ਕੇ ਚਰਨ ਵਸਹਿ ਮੇਰੇ ਹੀਅਰੈ, ਸੰਗ ਪੁਨੀਤਾ ਦੇਹੀ। ਜਨ ਕੀ ਧੂਰ ਦੇਹੁ ਕਿਰਪਾ ਨਿਧ, ਨਾਨਕ ਕੈ ਸੁਖ ਏਹੀ। ਜਨ ਕੀ ਧੂਰ ਦੇਹੁ ਕਿਰਪਾ ਨਿਧ, ਨਾਨਕ ਕੈ ਸੁਖ ਏਹੀ। ਪਰਮ ਸਨਮਾਨਯੋਗ ਦੀਨ ਦੁਨੀ ਦੇ ਮਾਲਕ, ਸ਼ਬਦ ਸਰੂਪ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦੇ ਸਜੇ ਹੋਏ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀ ਗੁਰੂ ਸਵਾਰੀ ਸਾਧ ਸੰਗਤ ਜੀਓ, ਅਕਾਲ ਪੁਰਖ ਵਾਹਿਗੁਰੂ ਜੀ ਨੇ ਅਪਾਰ ਬਖਸ਼ਿਸ਼ ਕਿਰਪਾ ਕੀਤੀ ਹੈ। ਗੁਰੂ ਮਹਾਰਾਜ ਦੇ ਪਾਵਨ ਦਰਬਾਰ ਵਿੱਚ ਸੱਜ ਕੇ ਬੜੇ ਪ੍ਰੇਮ ਬੜੀ ਇਕਾਗਰਤਾ ਸਹਿਤ ਆਪ ਜੀ ਨੇ ਗੁਰੂ ਮਹਾਰਾਜ ਦੀ ਅੰਮ੍ਰਿਤਮਈ ਪਾਵਨ ਬਾਣੀ ਦੇ ਸ਼ਬਦ ਕੀਰਤਨ ਸਤਿਕਾਰਯੋਗ ਭਾਈ ਸਾਹਿਬ ਭਾਈ ਮੁਖਤਿਆਰ ਸਿੰਘ ਜੀ ਤਿਨਾਂ ਦੇ ਸਮੂਹ ਜਥੇ ਪਾਸੋਂ ਸ਼ਰਵਣ ਕੀਤੇ ਹਨ। ਅੱਜ ਦੇ ਇਹ ਵਿਸ਼ੇਸ਼ ਗੁਰਮਤਿ ਦੀਵਾਨ 6 ਜੂਨ 1984 ਦੇ ਘੱਲੂਘਾਰੇ ਦੀ ਯਾਦ ਨੂੰ ਸਮਰਪਿਤ ਹਨ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੀ ਮੁਬਾਰਕ ਬਾਣੀ ਗੁਰਮਤਿ ਵਿਚਾਰ ਨਾਲ ਆਪਾਂ ਸਾਂਝ ਬਣਾਉਣ ਦਾ ਯਤਨ ਕਰਨਾ ਹੈ। ਆਓ ਸਭ ਤੋਂ ਪਹਿਲਾਂ ਦਸਮੇਸ਼ ਜੀ ਦੀ ਬਖਸ਼ੀ ਹੋਈ ਮੁਬਾਰਕ ਫਤਿਹ ਬੁਲੰਦ ਆਵਾਜ਼ ਵਿੱਚ ਸਾਂਝੀ ਕਰੀਏ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਦੋਂ ਆਪਾਂ ਸਿੱਖ ਇਤਿਹਾਸ ਨੂੰ ਪੜ੍ਹਦੇ ਹਾਂ, 6 ਜੂਨ 1984 ਤੋਂ ਪਹਿਲਾਂ ਵੀ ਸਿੱਖ ਪੰਥ ਦੇ ਇਤਿਹਾਸ ਵਿੱਚ ਘੱਲੂਘਾਰਿਆਂ ਦਾ ਜ਼ਿਕਰ ਮਿਲਦਾ ਹੈ। ਮਈ ਦੇ ਮਹੀਨੇ ਵਿੱਚ 1746 ਈਸਵੀ ਦੇ ਵਿੱਚ ਇੱਕ ਘੱਲੂਘਾਰਾ ਵਾਪਰਿਆ ਕਾਹਨੂੰਵਾਨ ਦੇ ਛੰਭ ਵਿੱਚ, ਜਿਸ ਵਿੱਚ ਮੁੱਖ ਰੋਲ ਲਾਹੌਰ ਦੇ ਗਵਰਨਰ ਦਾ ਸੀ ਅਤੇ ਲਾਹੌਰ ਦੀਆਂ ਫੌਜਾਂ ਦਾ ਕਮਾਂਡਰ ਇਨ ਚੀਫ ਲਖਪਤ ਰਾਏ ਸਿੱਧੇ ਰੂਪ ਵਿੱਚ ਆਪਣੀ ਫੌਜ ਮੁਲਖਈਏ ਦੇ ਨਾਲ ਸਿੱਖਾਂ ਦਾ ਦਮਨ ਕਰਨ ਵਾਸਤੇ ਇਸ ਘੱਲੂਘਾਰੇ ਦੇ ਵਿੱਚ ਪੂਰੀ ਵਾਹ ਲਾ ਰਿਹਾ ਸੀ। ਹਜ਼ਾਰਾਂ ਸਿੱਖਾਂ ਦੀ ਸ਼ਹਾਦਤ ਇਸ ਛੋਟੇ ਘੱਲੂਘਾਰੇ ਵਿੱਚ ਹੋਈ। ਇਸ ਨੂੰ ਛੋਟਾ ਘੱਲੂਘਾਰਾ ਕਹਿ ਕੇ ਯਾਦ ਕੀਤਾ ਜਾਂਦਾ ਹੈ। ਇਸ ਤੋਂ ਬਾਅਦ 1762 ਈਸਵੀ ਦਾ ਸਾਲ ਚੜ੍ਹਿਆ, ਫਰਵਰੀ ਦਾ ਮਹੀਨਾ। ਅਹਿਮਦ ਸ਼ਾਹ ਅਬਦਾਲੀ, ਜਿਸ ਨੂੰ ਦੁਰਾਨੀ ਵੀ ਕਿਹਾ ਜਾਂਦਾ ਹੈ, ਆਪਣੀ ਫੌਜ ਦੇ ਨਾਲ ਮਾਰੋ ਮਾਰ ਕਰਦਾ ਸਿੱਖਾਂ ਦਾ ਦਮਨ ਕਰਨ ਵਾਸਤੇ ਚੜ੍ਹਿਆ ਆ ਰਿਹਾ ਸੀ। ਕਈ ਕਿਲੋਮੀਟਰਾਂ ਦੇ ਵਿੱਚ ਲਗਾਤਾਰ ਸਿੱਖ ਇੱਕ ਘੇਰਾ ਬਣਾ ਕੇ ਅਬਦਾਲੀ ਦੀ ਫੌਜ ਨਾਲ ਵੀ ਲੜ ਰਹੇ ਸਨ। ਆਪਣੇ ਜਥੇ ਦੇ ਨਾਲ ਬੱਚਿਆਂ ਬਜ਼ੁਰਗਾਂ ਅਤੇ ਔਰਤਾਂ ਦਾ ਸੁਰੱਖਿਆ ਦੇ ਪੱਖੋਂ ਖਿਆਲ ਰੱਖਦਿਆਂ ਹੋਇਆਂ ਲਗਾਤਾਰ ਸਫ਼ਰ ਵੀ ਕਰ ਰਹੇ ਸਨ। ਤਾਰੀਖਦਾਨਾਂ ਨੇ ਵੱਖਰੀ ਵੱਖਰੀ ਗਿਣਤੀ ਲਿਖੀ ਹੈ, ਤਕਰੀਬਨ 20,000 ਤੋਂ ਵੱਧ ਇੱਕੇ ਦਿਨ ਵਿੱਚ
ਬੱਚਿਆਂ ਤੋਂ ਲੈ ਬਜ਼ੁਰਗਾਂ ਤੱਕ ਸਿੱਖਾਂ ਦੀ ਸ਼ਹਾਦਤ ਇਸ ਘੱਲੂਘਾਰੇ ਦੇ ਵਿੱਚ ਹੋਈ। ਇਸ ਨੂੰ ਵੱਡਾ ਘੱਲੂਘਾਰਾ ਆਖਿਆ ਜਾਂਦਾ ਹੈ। ਇਸ ਤੋਂ ਬਾਅਦ ਕੁਝ ਵਿਦਵਾਨਾਂ ਨੇ 1947 ਦੀ ਪਾਰਟੀਸ਼ਨ, ਜਿਸ ਵਿੱਚ ਭਾਰਤ ਅਤੇ ਪਾਕਿਸਤਾਨ ਦੋ ਮੁਲਕ ਜਿਨ੍ਹਾਂ ਦੀਆਂ ਸਰਹੱਦਾਂ ਕਾਇਮ ਹੋਈਆਂ, ਇਸ ਵਿੱਚ ਵੀ ਸਭ ਤੋਂ ਵੱਧ ਨੁਕਸਾਨ ਦੋ ਸਟੇਟਾਂ ਦਾ ਹੋਇਆ ਔਰ ਸਭ ਤੋਂ ਵਧੇਰੇ ਨੁਕਸਾਨ ਝੱਲਣ ਵਾਲੀ ਜਿਹੜੀ ਧਰਤੀ ਉਹ ਪੰਜਾਬ ਦੀ ਧਰਤ ਹੈ। ਬੰਗਾਲ ਤੇ ਪੰਜਾਬ ਦੋ ਸਟੇਟਾਂ ਦਾ ਸਭ ਤੋਂ ਵੱਧ ਨੁਕਸਾਨ ਹੋਇਆ ਹੈ। ਪਰ ਇਸ ਪਾਰਟੀਸ਼ਨ ਤੋਂ ਬਾਅਦ ਬੰਗਾਲੀਆਂ ਨੇ ਤੇ ਆਪਣਾ ਬਣਦਾ ਸਰਦਾ ਹਿੱਸਾ ਲੈ ਕੇ ਆਪਣਾ ਮੁਲਕ ਵੀ ਵੱਖਰਾ ਲੈ ਲਿਆ। ਪਰ ਸਭ ਤੋਂ ਵੱਧ ਮਾਰ ਜਿਹੜੀ ਇਸ ਘੱਲੂਘਾਰੇ ਦੇ ਵਿੱਚ ਤੇ ਇਸ ਘੱਲੂਘਾਰੇ ਤੋਂ ਬਾਅਦ ਤਕਰੀਬਨ ਪੰਜਾਬ ਔਰ ਖ਼ਾਸ ਤੌਰ ਤੇ ਸਿੱਖਾਂ ਨੇ ਚੱਲੀ ਹੈ। ਆਪਣੇ ਵੱਡੇ ਵੱਡੇ ਮੁਰੱਬੇ ਜ਼ਮੀਨਾਂ ਦੇ ਛੱਡ ਕੇ ਕੁਝ ਏਕੜਾਂ ਤੱਕ ਮਹਦੂਦ ਹੋ ਜਾਣ ਵਾਲੇ ਪੰਜਾਬ ਦੇ ਸਿੱਖ ਕਿਸਾਨ, ਜਿਨ੍ਹਾਂ ਨੇ ਪਸੀਨਾ ਵਹਾ ਵਹਾ ਕੇ, ਖੂਨ ਡੋਲ ਡੋਲ ਕੇ, ਰਾਤਾਂ ਦੇ ਉਹ ਨੀਂਦਰੇ ਝਾਗ ਝਾਗ ਕੇ 12 ਵਸਾਈਆਂ ਸਨ ਤੇ ਜ਼ਮੀਨਾਂ ਦੇ ਉੱਤੇ ਰਾਜ ਕਰਦੇ ਸਨ, ਉਹਨਾਂ ਨੂੰ ਆ ਕੇ ਕੱਖਾਂ ਦੀਆਂ ਕੁੱਲੀਆਂ ਦੇ ਵਿੱਚ ਦਿਨ ਕੱਟਣੇ ਪਏ ਸਨ। ਐਸਾ ਬਹੁਤ ਕੁਝ ਹੈ ਜਿਹੜਾ ਵਾਪਰਿਆ। ਇਸ 1947 ਦੀ ਤਬਾਹੀ ਨੂੰ ਵੀ ਘੱਲੂਘਾਰਾ ਕਹਿ ਕੇ ਵਿਦਵਾਨਾਂ ਨੇ ਬਿਆਨ ਕੀਤਾ ਹੈ ਤੇ ਯਾਦ ਕੀਤਾ ਜਾਂਦਾ ਹੈ। ਇਸ ਤੋਂ ਬਾਅਦ ਆਉਂਦਾ ਹੈ ਜਿਸ ਘੱਲੂਘਾਰੇ ਦੀ ਯਾਦ ਵਿੱਚ ਆਪਾਂ ਸਾਰੇ ਜੁੜ ਬੈਠੇ ਹਾਂ, 6 ਜੂਨ 1984 ਦਾ ਇਹ ਘੱਲੂਘਾਰਾ ਅੱਜ ਤੋਂ ਤਕਰੀਬਨ 36 ਸਾਲ ਪਹਿਲਾਂ ਵਾਪਰਿਆ। ਇਸ ਨੇ ਕੁਝ ਸਾਡੇ ਭੁਲੇਖੇ ਵੀ ਕੱਢੇ। ਇਸ ਘੱਲੂਘਾਰੇ ਨੇ ਸਾਨੂੰ ਕੁਝ ਨਵਾਂ ਸੋਚਣ ਲਈ ਮਜਬੂਰ ਵੀ ਕੀਤਾ। ਇਸ ਘੱਲੂਘਾਰੇ ਨੇ ਸਾਨੂੰ ਸਾਡੇ ਅੰਦਰ ਦੀ ਤੇ ਸਾਡੇ ਬਾਹਰ ਦੀ ਦੋਹਾਂ ਪੱਖਾਂ ਦੀ ਤਸਵੀਰ ਵੀ ਬੜੀ ਸਾਫ਼ ਕਰਕੇ ਵਿਖਾਈ ਕਿ ਅਸੀਂ ਘਰ ਪੱਖੋਂ ਕਿੱਥੇ ਖੜੇ ਹਾਂ ਤੇ ਬਾਹਰ ਪੱਖੋਂ ਕਿੱਥੇ ਖੜੇ ਹਾਂ। ਇਹ ਠੀਕ ਹੈ ਕਿ ਜਦੋਂ ਕੋਈ ਵੀ ਐਸੀ ਘਟਨਾ ਇਤਿਹਾਸ ਵਿੱਚ ਵਾਪਰਦੀ ਹੈ, ਘੱਲੂਘਾਰੇ ਦਾ ਅਰਥ ਹੀ ਤਬਾਹੀ ਹੁੰਦਾ ਹੈ। ਮੈਂ ਥੋੜ੍ਹਾ ਜਿਹਾ ਜ਼ਿਕਰ ਕਰ ਦਿਆਂ। ਘੱਲੂਘਾਰਾ ਸ਼ਬਦ ਜਿਹੜਾ ਹੈ ਇਹ ਸਿੱਖਾਂ ਦੀ ਆਪਣੀ ਸੱਭਿਅਤਾ ਦਾ ਈਜਾਦ ਕੀਤਾ ਹੋਇਆ ਸ਼ਬਦ ਹੈ ਔਰ ਇਹ ਸ਼ਬਦ 18ਵੀਂ ਸਦੀ ਦੇ ਸਿੱਖਾਂ ਨੇ ਘੜਿਆ। ਮੈਂ ਆਪ ਸਭਨਾਂ ਨੂੰ ਬੇਨਤੀ ਕਰਾਂਗਾ, ਅੱਜ ਕੱਲ੍ਹ ਦਾ ਦੌਰ ਪੜ੍ਹਿਆਂ ਲਿਖਿਆਂ ਦਾ ਦੌਰ ਹੈ। ਆਪ ਵਿੱਚੋਂ ਤਕਰੀਬਨ ਸਾਰੇ ਗੁਰਮੁਖੀ ਪੰਜਾਬੀ ਪੜ੍ਹਨਾ ਜਾਣਦੇ ਹੋ। ਤੁਹਾਡੇ ਬੱਚੇ ਗੁਰਮੁਖੀ ਜਾਣਦੇ ਨੇ, ਜੇ ਨਹੀਂ ਜਾਣਦੇ ਤਾਂ ਉਹਨਾਂ ਨੂੰ ਸਿਖਾਉਣ ਦਾ ਯਤਨ ਕਰੋ। ਤੇ ਜੇ ਇਦੋਂ ਵੀ ਗੱਲ ਹੱਥੋਂ ਖਿਸਕ ਗਈ ਹੈ ਤੇ ਉਹਨਾਂ ਨੂੰ ਘੱਟੋ ਘੱਟ ਅੰਗਰੇਜ਼ੀ ਦੇ ਵਿੱਚ 18ਵੀਂ ਸਦੀ ਦਾ ਇਤਿਹਾਸ ਜ਼ਰੂਰ ਪੜ੍ਹਨ ਲਾ ਦਿਓ। ਇਹ ਮੈਂ ਬੇਨਤੀ ਇਸ ਕਰਕੇ ਕਰ ਰਿਹਾ ਕਿ ਜਿੰਨਾ ਚਿਰ ਅਸੀਂ ਆਪਣੇ ਬਾਬਿਆਂ ਤੇ ਆਪਣਿਆਂ ਬਜ਼ੁਰਗਾਂ ਦੀ ਘਾਲਣਾ ਨੂੰ ਤੇ ਉਹਨਾਂ ਦੇ ਸਿਦਕ ਨੂੰ ਇਤਿਹਾਸ ਦੇ ਪੰਨਿਆਂ ਤੋਂ ਨਹੀਂ ਪੜ੍ਹਾਂਗੇ, ਸਾਨੂੰ ਪਤਾ ਨਹੀਂ ਲੱਗੇਗਾ ਅਸੀਂ ਕੌਣ ਹਾਂ, ਸਾਡਾ ਪਿਛੋਕੜ ਕੀ ਹੈ, ਤਾਂ ਅਸੀਂ ਇਤਿਹਾਸ ਦੇ ਕਿਸ ਮੋੜ ਉੱਤੇ ਖੜੇ ਹਾਂ। ਕਲਗੀਧਰ ਸਵਾਮੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਮੁਹਿੰਮਾਂ ਚੱਲੀਆਂ, ਖਾਲਸਾ ਰਾਜ ਸਥਾਪਿਤ ਹੋਇਆ। ਬਾਬਾ ਜੀ ਦੀ 740 ਸਿੱਖਾਂ ਸਮੇਤ ਸ਼ਹਾਦਤ ਹੋਈ ਦਿੱਲੀ ਦੇ ਵਿੱਚ। ਇਸ ਤੋਂ ਬਾਅਦ ਇੱਕ ਲੰਮਾ ਦੌਰ, ਤਕਰੀਬਨ ਇੱਕ ਸਦੀ ਜਿਹੜੀ ਹੈ ਸਿੱਖਾਂ ਦੇ ਖੂਨ ਨਾਲ ਪੰਜਾਬ ਦੀ ਧਰਤੀ ਰੰਗੀ ਦੀ ਜਾਂਦੀ ਰਹੀ। 18ਵੀਂ ਸਦੀ ਦੀ ਤਾਰੀਖ ਤੁਹਾਨੂੰ ਦੱਸਦੀ ਹੈ ਵੀ ਤਕਲੀਫ ਨੂੰ, ਦੁੱਖ ਨੂੰ ਕਿਵੇਂ ਬਰਦਾਸ਼ਤ ਕਰਨਾ ਹੈ। ਉਹ ਤੁਹਾਨੂੰ ਦੱਸਦੀ ਹੈ ਕਿ ਗੁਰਬਾਣੀ ਨੂੰ ਆਪਣੇ ਜੀਵਨ ਵਿੱਚ ਇੰਪਲੀਮੈਂਟ ਕਿਵੇਂ ਕਰਨਾ ਹੈ। ਇਹ ਤਾਰੀਖ ਤੁਹਾਨੂੰ ਦੱਸਦੀ ਹੈ ਵੀ 4 ਸ਼ਫੇਰਾ ਵੀ ਤੁਹਾਡਾ ਦੁਸ਼ਮਣ ਹੋ ਜਾਏ ਤੇ ਆਪਣੀ ਸੁਰਤ ਨੂੰ ਗੁਰੂ ਦੇ ਅਕੀਦੇ ਨਾਲ ਜੋੜ ਕੇ, ਗੁਰੂ ਤੇ ਅਕੀਦਾ ਰੱਖ ਕੇ ਆਪਣੀ ਸੁਰਤ ਨੂੰ ਪਾਕ ਤੇ ਪਵਿੱਤਰ ਕਿਵੇਂ ਰੱਖਣਾ। ਇਹ ਤਾਰੀਖ ਤੁਹਾਨੂੰ ਦੱਸਦੀ ਹੈ ਵੀ ਤੁਹਾਡੀਆਂ ਤਬਾਹੀਆਂ ਦੇ ਵਿੱਚ ਵੀ ਤੁਹਾਡੀ ਸੁਰ ਦੇ ਵਿੱਚੋਂ ਗੁਰੂ ਦਾ ਪ੍ਰੇਮ ਤੇ ਪਰਮੇਸ਼ਰ ਦੇ ਭਾਣੇ ਦੀ ਗੱਲ ਦਾ ਵਜਦ ਮੁੱਕਣਾ ਨਹੀਂ ਚਾਹੀਦਾ।
ਮੈਂ ਇਸ ਕਰਕੇ ਤੁਹਾਨੂੰ ਇਹ ਬੇਨਤੀ ਕੀਤੀ ਹੈ ਵੀ ਇਸ ਤਾਰੀਖ ਨੂੰ ਜ਼ਰੂਰ ਪੜ੍ਹੋ। ਆਪਾਂ ਟੁੱਟਵੇਂ ਢੰਗ ਨਾਲ ਪੜ੍ਹਦੇ ਹਾਂ, ਠੀਕ ਹੈ, ਤੇ ਉਹ ਪੜ੍ਹਦੇ ਵੀ ਅਸੀਂ ਮਾਫ ਕਰਨਾ ਇੱਕ ਇਵੇਂ ਹੈ ਵੀ ਕੋਈ ਕੰਨ ਰਸ ਹੋਵੇ ਤੇ ਜ਼ਬਾਨ ਰਸ ਹੋਵੇ, ਇਵੇਂ ਅਸੀਂ ਇਤਿਹਾਸ ਨੂੰ ਪੜ੍ਹਨਾ ਸ਼ੁਰੂ ਕਰ ਲਿਆ। ਇਹ ਤਾਰੀਖ ਤੁਹਾਨੂੰ ਦੱਸਦੀ ਹੈ ਵੀ ਜਿਸ ਵੇਲੇ ਖਾਣ ਲਈ ਕੁਝ ਨਾ ਹੋਵੇ ਤੇ ਖਾਲਸਾ ਜੀ ਉਸ ਵਕਤ ਨੂੰ ਭੁੱਖਮਰੀ ਨਹੀਂ ਕਹਿੰਦਾ, ਲੰਗਰ ਦਾ ਮਸਤਾਨਾ ਹੋ ਜਾਣਾ ਕਹਿੰਦਾ। ਇਹ ਤਾਰੀਖ ਤੁਹਾਨੂੰ ਦੱਸਦੀ ਹੈ ਵੀ ਜੇਕਰ ਕਿਸੇ ਸਿੱਖ ਦੀ ਲੱਤ ਕੱਟੀ ਜਾਏ ਤੇ ਉਹਨੂੰ ਲੰਗੜਾ ਨਹੀਂ ਆਖਿਆ ਜਾਂਦਾ, ਉਹਨੂੰ ਸੁਚਾਲਾ ਕਿਹਾ ਜਾਂਦਾ ਹੈ। ਇਹ ਤਾਰੀਖ ਤੁਹਾਨੂੰ ਦੱਸਦੀ ਹੈ ਕਿ ਜੇ ਖਾਣ ਵਾਸਤੇ ਛੋਲਿਆਂ ਦੀ ਇੱਕ ਮੁੱਠ ਹੀ ਮੁਯੱਸਰ ਤੇ ਉਪਲਬਧ ਹੋਵੇ, ਅਵੇਲੇਬਲ ਹੋਵੇ, ਤੇ ਉਸ ਨੂੰ ਛੋਲੇ ਨਹੀਂ, ਉਸ ਨੂੰ ਬਦਾਮ ਕਿਹਾ ਜਾਂਦਾ ਹੈ। ਇਹ ਸਾਡੀ ਤਕਲੀਫਾਂ ਦੀ ਡਿਕਸ਼ਨਰੀ ਹੈ, ਚੇਤੇ 'ਚ ਰੱਖਿਓ। ਇਹ ਸਾਡੇ ਦੁੱਖਾਂ ਦੇ ਵਿੱਚ ਘਿਰਿਆ ਹੋਇਆਂ ਦੀ ਮਾਨਸਿਕਤਾ ਦੇ ਵਿੱਚੋਂ ਚੜ੍ਹਦੀ ਕਲਾ ਦੇ ਨਿਕਲੇ ਹੋਏ ਲਫ਼ਜ਼ ਨੇ, ਜਿਹੜੇ ਸਾਡੇ ਬਜ਼ੁਰਗਾਂ ਨੇ ਆਪ ਈਜਾਦ ਕੀਤੇ ਸਨ। ਤੇ ਜਿਹੜਾ ਬੰਦਾ ਸਾਡਾ ਲਹੂ ਵੀਟ ਰਿਹਾ ਹੋਵੇ ਤੇ ਇੰਤਜ਼ਾਰ ਕਰ ਰਿਹਾ ਹੋਵੇ ਲਾਹੌਰ ਦੇ ਤਖਤ ਉੱਤੇ ਬਹਿ ਕੇ ਵੀ ਸਿੱਖ ਇੱਕ ਵਾਰ ਮੇਰੇ ਸਾਹਮਣੇ ਆ ਕੇ ਸਿਰ ਝੁਕਾ ਕੇ ਕਹਿ ਦੇ, ਖਾਨ ਸਾਹਿਬ ਅਸੀਂ ਤੁਹਾਡੇ ਨਾਲ ਆ। ਜੇ ਮੈਂ ਹੋਰ ਨਕੰਮਿਆਂ ਨੂੰ ਜਗੀਰਾਂ ਦੇ ਸਕਦਾ ਤੇ ਇਸ ਮਾਰਸ਼ਲ ਕੌਮ ਨੂੰ ਜਗੀਰਾਂ ਕਿਉਂ ਨਹੀਂ ਦੇ ਸਕਦਾ? ਪਰ ਖਾਲਸੇ ਨੇ ਆਖਿਆ ਨਹੀਂ, ਤੇਰੀ ਤੇਗ ਨੇ ਸਾਡੇ ਬੱਚਿਆਂ ਦੀ ਰੱਤ ਡੋਲੀ ਹੈ ਤੇ ਪੰਜਾਬ ਦੀ ਧਰਤ ਨੂੰ ਸਿੱਖਾਂ ਤੋਂ ਮੁਕਾਉਣ ਦਾ ਤਹਈਆ ਕੀਤਾ ਹੈ, ਸਿੱਖਾਂ ਨੂੰ ਪੰਜਾਬ ਦੀ ਧਰਤੀ ਤੋਂ ਦਰ ਬਦਰ ਕਰਨ ਦਾ ਤਹਈਆ ਕੀਤਾ ਹੈ। ਖਾਨ ਸਾਹਿਬ ਤੇ ਬਹੁਤ ਦੂਰ ਦੀ ਗੱਲ ਹੈ, ਤੂੰ ਖਾਨ ਹੀ ਅਖਵਾ ਲੈ ਤੇ ਬੜੀ ਵੱਡੀ ਗੱਲ ਹੈ। ਖਾਲਸੇ ਨੇ ਉਸ ਨੂੰ ਖਾਨੂ ਕਿਹਾ। ਅੰਦਰ ਦੇ ਡਰ, ਅੰਦਰ ਦੇ ਖੌਫ ਕਾਫੂਰ ਹੋ ਗਏ ਖਾਲਸੇ ਦੇ ਸਾਹਮਣੇ। ਇਹ ਇਸ ਕਰਕੇ ਤਾਰੀਖ ਪੜ੍ਹਨੀ ਹੈ। ਘੱਲੂਘਾਰਾ ਸ਼ਬਦ ਵੀ ਇਸ ਦੌਰ ਦੀ ਈਜਾਦ ਪ੍ਰੋਡਕਸ਼ਨ ਹੈ, ਜਿਹੜਾ ਖਾਲਸਾ ਜੀ ਨੇ ਵਰਤਿਆ। ਕਿਸ ਸੰਦਰਭ ਵਿੱਚ ਵਰਤਿਆ? ਜਿੱਥੇ ਜਾਨੀ ਤੇ ਮਾਲੀ ਤਬਾਹੀ ਹੋ ਜਾਏ, ਉਸ ਤਬਾਹੀ ਨੂੰ ਖਾਲਸਾ ਜੀ ਤਬਾਹੀ ਨਹੀਂ ਘੱਲੂਘਾਰਾ ਕਹਿੰਦੇ ਸਨ। ਹੁਣ ਤੁਸੀਂ ਇੱਕ ਪਾਸੇ ਤਬਾਹੀ ਸ਼ਬਦ ਤੇ ਇੱਕ ਪਾਸੇ ਘੱਲੂਘਾਰਾ ਸ਼ਬਦ, ਦੋਵਾਂ ਸ਼ਬਦਾਂ ਨੂੰ ਆਪਣੇ ਸੁਰਤ ਵਿੱਚ ਤੋਲ ਕੇ ਵੇਖੋ, ਆਪਣੀ ਸੋਚ ਦੀ ਤਕੜੀ ਦੇ ਨਾਲ। ਤੁਹਾਨੂੰ ਕਿਹੜਾ ਸ਼ਬਦ ਢਹਿੰਦੀ ਕਲਾ 'ਚ ਖੜਦਾ ਹੈ ਤੇ ਕਿਹੜਾ ਸ਼ਬਦ ਤੁਹਾਡੀ ਸੁਰਤ ਨੂੰ ਸਟੇਬਲ ਕਰਦਾ ਹੈ, ਨਿਸ਼ਚੈ ਤੁਸੀਂ ਨਿਰਣਾ ਕਰ ਲਓਗੇ ਕਿ ਤਬਾਹੀ ਸ਼ਬਦ ਮਾਯੂਸ ਕਰਦਾ ਹੈ, ਅੰਦਰ ਨੂੰ ਖੋਹ ਪਾਉਂਦਾ ਹੈ। ਤਬਾਹੀ ਸ਼ਬਦ ਸਾਡੇ ਅੰਦਰ ਢਹਿੰਦੀ ਕਲਾ ਦੀ ਭਾਵਨਾ ਪੈਦਾ ਕਰਦਾ ਹੈ ਤੇ ਘੱਲੂਘਾਰਾ ਸਾਡੀ ਸੁਰਤ ਨੂੰ ਸਟੇਬਲ ਕਰ ਦਿੰਦਾ ਹੈ ਵੀ ਬਹੁਤ ਕੁਝ ਤਬਾਹ ਹੋਣ ਤੋਂ ਬਾਅਦ ਵੀ ਜਿਵੇਂ ਕੁਝ ਨਾ ਹੋਇਆ ਹੋਵੇ। ਇਸ ਤਰ੍ਹਾਂ ਦੇ ਭਾਵ ਸਾਡੇ ਅੰਦਰ ਪੈਦਾ ਕਰਦਾ। ਮੈਂ ਜਦੋਂ ਇਸ ਪੱਖ ਨੂੰ ਵਿਚਾਰਦਾ ਤੇ ਮੈਂ ਸੋਚਦਾ ਹਾਂ, ਅੱਜ ਦੇ ਯੁੱਗ ਵਿੱਚ ਜਿੱਥੇ ਅਸੀਂ ਨਿੱਕੀਆਂ ਨਿੱਕੀਆਂ ਮੁਸ਼ਕਲਾਂ ਵਿੱਚ ਘਿਰ ਕੇ ਵੀ ਕਾਉਂਸਲਿੰਗ ਲੈਣ ਜਾਂਦੇ ਹਾਂ ਤੇ ਅਦਾਲਤਾਂ ਦੇ ਦਰਵਾਜ਼ਿਆਂ ਤੱਕ ਆਪਣੇ ਰਿਸ਼ਤਿਆਂ ਨੂੰ ਲੈ ਜਾਂਦੇ ਹਾਂ, ਕੀ ਸੱਚਮੁੱਚ ਹੀ ਅਸੀਂ ਅਗਾਂਹ ਵਧੂ ਹੋ ਗਏ ਹਾਂ ਕਿ ਅਸੀਂ ਬਹੁਤ ਪਿੱਛੇ ਤਾਂ ਨਹੀਂ ਚਲੇ ਗਏ? ਕਿੱਥੇ ਉਹ 18ਵੀਂ ਸਦੀ ਵਿੱਚ ਜੰਗਲਾਂ ਵਿੱਚ ਭਟਕਣ ਵਾਲੇ ਸਾਡੇ ਬਜ਼ੁਰਗ, ਜਿਨ੍ਹਾਂ ਨੂੰ ਜ਼ਿੰਦਗੀ ਦੀ ਖੁਸ਼ੀ ਦੇ ਅਰਥ ਸਮਝ ਵਿੱਚ ਆ ਗਏ, ਜਿਨ੍ਹਾਂ ਨੂੰ ਚੜ੍ਹਦੀ ਕਲਾ ਦੇ ਅਰਥ ਸਮਝ ਵਿੱਚ ਆ ਗਏ, ਜਿਨ੍ਹਾਂ ਨੂੰ ਕਾਉਂਸਲਿੰਗ ਕੇਵਲ ਤੇ ਕੇਵਲ ਸਤਿਗੁਰੂ ਦੀ ਸ਼ਰਨ ਵਿੱਚੋਂ ਉਪਲਬਧ ਤੇ ਪ੍ਰਾਪਤ ਹੋਈ, ਜਿਨ੍ਹਾਂ ਨੇ ਬਾਣੀ ਦੇ ਰੰਗ ਵਿੱਚ ਰਤਿਆਂ ਹੋਇਆਂ ਜੀਵਨ ਦੇ ਆਨੰਦ ਦਾ ਅਨੁਭਵ ਕਰ ਲਿਆ, ਉਹਨਾਂ ਨੇ ਇਸ ਪੰਕਤੀ ਨੂੰ ਆਪਣੀ ਜ਼ਿੰਦਗੀ ਦੇ ਵਿੱਚੋਂ ਰੂਪਮਾਨ ਕਰਕੇ ਸੰਸਾਰ ਨੂੰ ਦੱਸਿਆ, ਦੁੱਖ ਨਾਹੀਂ ਸਭ ਸੁਖ ਹੀ ਹੈ ਰੇ। ਇੱਕ ਹੈ, एक ही नेता है, बुरा नहीं सब भला ही है रे, हार नहीं सब जित है। ਪਦਾਰਥਾਂ ਦਾ ਖਤਮ ਹੋ ਜਾਣਾ ਹਾਰ ਨਹੀਂ ਹੁੰਦੀ, ਜੇ ਤੁਸੀਂ ਮੰਨਦੇ ਨਹੀਂ ਤਾਂ ਚੇਤੇ 'ਚ ਰੱਖਿਓ। ਇੱਥੇ ਵੱਡੇ ਵੱਡੇ ਸਾਮਰਾਜ ਪੈਦਾ ਹੋਏ ਤੇ ਖਤਮ ਹੋ ਗਏ। 650 ਸਾਲ ਉਸਮਾਨੀਆ ਸਲਤਨਤ ਰਹੀ ਹੈ ਤੁਰਕੀਆਂ ਦੀ, ਮਿਟ ਗਈ ਨਾ ਆਖਰ, ਖਤਮ ਹੋ ਗਈ ਨਾ ਆਖਰ। ਕਿੰਨਾ ਸਮਾਂ ਮੰਗੋਲੀਆਂ ਦੀ ਸਲਤਨਤ ਰਹੀ, ਮਿਟ ਗਈ ਨਾ ਆਖਰ। ਸਾਰੀ ਦੁਨੀਆ ਤੇ ਬ੍ਰਿਟਿਸ਼ ਰਾਜ ਰਿਹਾ, ਸਿਮਟ ਗਿਆ ਨਾ ਆਖਰ। ਮੁਗਲ ਅੰਪਾਇਰ ਐਡਾ ਵੱਡਾ ਸੀ, ਤਬਾਹ ਹੋ ਗਿਆ ਨਾ ਆਖਰ। ਤੇ ਸਾਡੇ ਗੁਰੂ ਨੇ ਤਾਂ ਸਾਨੂੰ ਇਹ ਸਿਖਾ ਦਿੱਤਾ ਹੈ ਬਾਣੀ ਦੇ ਵਿੱਚ, ਰਾਜੇ ਰਈਅਤ ਸਿਕਦਾਰ ਕੋਏ ਨਾ ਰਹਿਸੀਓ, ਹਟ ਪਟਣ ਬਾਜ਼ਾਰ ਹੁਕਮੀ ਢੈਸੀਓ।
ਗੁਰੂ ਸਾਹਿਬ ਮਹਾਰਾਜ ਨੇ ਜੀਵਨ ਦਾ, ਕੁਦਰਤ ਵਿੱਚ ਵਾਪਰਦੇ ਸੱਚ ਦਾ ਕਿੱਡਾ ਵੱਡਾ ਨਿਚੋੜ ਤੁਹਾਡੇ ਸਾਹਮਣੇ ਰੱਖ ਦਿੱਤਾ। ਸਤਿਗੁਰੂ ਨੇ ਆਖਿਆ ਪਦਾਰਥ ਠੀਕ ਹੈ, ਤਕਲੀਫ ਦਿੰਦਾ ਹੈ। ਜਦੋਂ ਤੁਹਾਡੀ ਨੇੜਤਾ ਕਿਸੇ ਚੀਜ਼ ਨਾਲ ਬਣਦੀ ਹੈ ਤੇ ਉਹ ਚੀਜ਼ ਜਦੋਂ ਤੁਹਾਡੇ ਹੱਥੋਂ ਜਾਂਦੀ ਹੈ ਤੇ ਤਕਲੀਫ ਦਿੰਦੀ ਹੈ, ਪਰ ਇਸ ਤਕਲੀਫ ਯੁੱਗਾਂ ਵਿੱਚ ਪਸਰੀ ਹੋਈ ਨਹੀਂ ਹੋਣੀ ਚਾਹੀਦੀ। ਇੱਕ ਉਦਾਹਰਨ ਤੁਹਾਡੇ ਸਾਹਮਣੇ ਰੱਖਦਾ। ਹਾਲਾਂਕਿ ਉਹ ਕੌਮ ਸਾਡੇ ਤੋਂ ਬੜੀ ਵੱਡੀ ਤਰੱਕੀ ਵਿੱਚ ਹੈ, ਪਰ ਇਸਲਾਮ ਦੇ ਵਿੱਚ ਨਾ ਤੁਸੀਂ ਇੱਕ ਜਗ੍ਹਾ ਤੇ ਵੇਖਿਆ ਜਾਂਦਾ ਹੈ ਵੀ ਜਿਸ ਵੇਲੇ ਉਹ ਆਪਣੇ ਸ਼ਹੀਦਾਂ ਨੂੰ ਯਾਦ ਕਰਦੇ ਨੇ ਤੇ ਛਾਤੀਆਂ ਪਿੱਟਦੇ ਨੇ, ਗੱਲਾਂ ਪਿੱਟਦੇ ਨੇ, ਰੋਂਦੇ ਨੇ, ਕੁਰਲਾਉਂਦੇ ਨੇ, ਤੇ ਉਹ ਮਰਸੀਏ ਵੀ ਪੜ੍ਹਦੇ ਨੇ, ਰੋ ਰੋ ਕੇ ਉਹਨਾਂ ਦੇ ਗੀਤ ਗਾਉਂਦੇ ਨੇ। ਸਾਡੇ ਵਿੱਚ ਭਾਵੁਕਤਾ ਤਾਂ ਹੈ ਸ਼ਹੀਦਾਂ ਨੂੰ ਲੈ ਕੇ, ਇਸ ਵਿੱਚ ਕੋਈ ਦੋ ਰਾਏ ਨਹੀਂ, ਪਰ ਸਾਡੇ 'ਚ ਇਹ ਟ੍ਰੈਂਡ ਨਹੀਂ। ਇੰਨੀਆਂ ਤਬਾਹੀਆਂ 'ਚੋਂ ਗੁਜ਼ਰ ਜਾਣ ਤੋਂ ਬਾਅਦ ਵੀ ਵੱਡੇ ਘੱਲੂਘਾਰੇ ਦੀ ਮੈਂ ਇੱਕ ਘਟਨਾ ਤੁਹਾਡੇ ਨਾਲ ਸਾਂਝੀ ਕਰਦਾ। 1762 ਈਸਵੀ ਵਿੱਚ ਵਾਪਰਿਆ ਵੱਡਾ ਘੱਲੂਘਾਰਾ ਅਹਿਮਦ ਸ਼ਾਹ ਦੁਰਾਨੀ ਦੇ ਨਾਲ। ਇਸ ਘੱਲੂਘਾਰੇ ਤੇ ਵਾਪਰਨ ਤੋਂ ਬਾਅਦ ਜਦੋਂ ਅਬਦਾਲੀ ਦੀ ਫੌਜ ਮੁੜ ਗਈ, ਸਿੱਖਾਂ ਨੇ ਆਪਣੇ ਸ਼ਹੀਦਾਂ ਨੂੰ ਕੂਹਾਂ ਦੇ ਵਿੱਚੋਂ ਇਕੱਠਿਆਂ ਕੀਤਾ। ਖਿਲਰੇ ਹੋਏ ਉਹਨਾਂ ਦੀਆਂ ਲਾਸ਼ਾਂ ਦੂਰਾਂ ਦੂਰਾਂ ਤੋਂ ਲਿਆ ਕੇ ਚਿਖਾ ਚਣੀਆਂ ਗਈਆਂ ਤੇ ਉਹਨਾਂ ਦੇ ਉਸ ਜਗ੍ਹਾ ਦੇ ਉੱਤੇ ਫਿਰ ਸੰਸਕਾਰ ਕੀਤੇ ਗਏ। ਇਸ ਘਟਨਾ ਤੋਂ ਬਾਅਦ ਜਿਸ ਵੇਲੇ ਸ਼ਹੀਦਾਂ ਦੀਆਂ ਦੇਹਾਂ ਸੰਭਾਲ ਕੇ ਤੇ ਬਚੇ ਖੁਚੇ ਸਿੱਖਾਂ ਨੇ ਆਪਸ ਵਿੱਚ ਇਕੱਠ ਕੀਤਾ, ਉਹ ਵੀ ਬਚੇ ਖੁਚੇ ਵੱਡੇ ਫੱਟੇ ਹੋਏ ਸਨ। ਜੋ ਕੱਪੜਾ ਕੋਲ ਸੀ ਉਹਨਾਂ ਨਾਲ ਆਪਣੇ ਫੱਟ ਬੰਨ੍ਹ ਲਏ, ਕੋਈ ਇੱਕ ਅੱਧਾ ਜਿਰਾਹ ਕੋਲ ਸੀ। ਦੇਸੀ ਢੰਗ ਸਨ ਸਾਰੇ। ਤੁਸੀਂ ਅੰਦਾਜ਼ਾ ਲਾ ਸਕਦੇ ਹੋ ਵੀ ਜ਼ਖਮੀਆਂ ਦੀ ਹਾਲਤ ਕੀ ਹੋਏਗੀ ਤੇ ਲੜ ਲੜ ਕੇ ਥੱਕ ਕੇ ਚੂਰ ਹੋ ਚੁੱਕਿਆਂ ਦੀ ਹਾਲਤ ਕੀ ਹੋਏਗੀ। ਤੇ ਫਿਰ ਲਾਸ਼ਾਂ ਵੀ ਇਕੱਠੀਆਂ ਕਰਨੀਆਂ ਪਈਆਂ ਤੇ ਉਹਨਾਂ ਦੇ ਸੰਸਕਾਰ ਵੀ ਕਰਨੇ ਪਏ। ਇਸ ਤਬਾਹੀ ਦੇ ਮੰਜ਼ਰ ਦੇ ਵਿੱਚ ਉਹਨਾਂ ਦੀ ਮਨੋਦਸ਼ਾ ਕੀ ਹੋਏਗੀ। ਪਰ ਕਮਾਲ ਦੀ ਖੇਡ ਇਹ ਹੈ, ਇਸ ਮਗਰੋਂ ਜਿਹੜਾ ਇਕੱਠ ਹੋਇਆ ਇਸੇ ਵਕਤ ਹੀ, ਕੋਈ ਮਹੀਨਿਆਂ ਬਾਅਦ ਨਹੀਂ, ਇਸੇ ਵਕਤ ਹੀ ਬਚੇ ਖੁਚੇ ਸਿੱਖ, ਸਿੱਖਣੀਆਂ, ਬੱਚੇ ਜੋ ਵੀ ਉੱਥੇ ਅਵੇਲੇਬਲ ਲੋਕ ਸਨ, ਉਹਨਾਂ ਨੇ ਚੜ੍ਹਦੀ ਕਲਾ ਦੀ ਅਰਦਾਸ ਕੀਤੀ। ਉਸ ਇਕੱਠ ਦੇ ਵਿੱਚੋਂ ਇੱਕ ਸਿੱਖ ਨੇ ਉਹਨਾਂ ਸਾਰਿਆਂ ਦੇ ਸਾਹਮਣੇ ਖਲੋ ਕੇ ਹੌਸਲਾ ਤੇ ਧੀਰਜ ਦਿੰਦਿਆਂ ਕਿਹਾ, ਨਿਹੰਗ ਸਿੰਘ ਬੋਕ ਸੋ ਕਹਿਓ ਦੀਨੋ ਸਕਲ ਸੁਨਾਏ, ਤਤ ਖਾਲਸੋ ਸੋ ਭਇਓ ਗਇਓ ਸੋ ਖੋਟ ਗਵਾਏ। ਇਸ ਦਾ ਭਾਵ ਪਤਾ ਕੀ ਹੈ ਵੀ ਸੁਨਿਆਰਾ ਜਿਸ ਵੇਲੇ ਸੋਨੇ ਨੂੰ ਕੁਠਾਲੀ 'ਚ ਪਾ ਕੇ ਅੱਗ ਤੇ ਰੱਖਦਾ ਹੈ ਤੇ ਸੋਨਾ ਉਸ ਕੁਠਾਲੀ 'ਚ ਭੱਜਦਾ ਹੈ, ਦਰਅਸਲ ਉਦੋਂ ਉਹਦਾ ਖੋਟ ਸੜ ਰਿਹਾ ਹੁੰਦਾ। ਤੇ ਕੋਈ ਆਖੇ ਵੀ ਇੰਨੀ ਮਹਿੰਗੀ ਧਾਤ ਨੂੰ ਸੁਨਿਆਰਾ ਅੱਗ ਦੇ ਉੱਤੇ ਤਪਾ ਰਿਹਾ, ਸਾੜ ਰਿਹਾ। ਤੇ ਜਿਹੜਾ ਇਸ ਗੱਲ ਨੂੰ ਸਮਝਦਾ ਉਹ ਆਖੇਗਾ ਨਹੀਂ, ਇਹ ਸੋਨੇ ਨੂੰ ਸਾੜ ਨਹੀਂ ਰਿਹਾ, ਜਿਉਂ ਜਿਵੇਂ ਅੱਗ ਦੇ ਉੱਤੇ ਤਪੇਗਾ ਇਹ ਸ਼ੁੱਧ ਤੇ ਕੰਚਨ ਹੁੰਦਾ ਜਾਏਗਾ। ਦੁੱਖ ਜੀਵਨ ਨੂੰ ਪਕੇਰਿਆਂ ਕਰ ਦਿੰਦੇ ਨੇ। ਚੇਤੇ 'ਚ ਰੱਖਿਓ, ਜਿਸ ਬੰਦੇ ਨੇ ਜ਼ਿੰਦਗੀ 'ਚ ਭੁੱਖ ਨਹੀਂ ਨਾ ਵੇਖੀ, ਉਹਨੂੰ ਰੱਜਣ ਦਾ ਸਵਾਦ ਵੀ ਨਹੀਂ ਆਉਂਦਾ। ਜਿਸ ਬੰਦੇ ਨੇ ਜ਼ਿੰਦਗੀ 'ਚ ਵਿਛੋੜਾ ਨਹੀਂ ਨਾ ਚੱਲਿਆ, ਮਿਲਾਪ ਦੀ ਹਸਰਤ ਵੀ ਉਹਦੇ ਅੰਦਰ ਪੈਦਾ ਨਹੀਂ। ਬਾਬਾ ਫਰੀਦ ਸਾਹਿਬ ਨੇ ਬਿਰੇ ਨੂੰ ਸੁਲਤਾਨ ਕਿਉਂ ਆਖਿਆ, ਕਦੇ ਇਸ ਦਾ ਅਰਥ ਪੜ੍ਹ ਕੇ ਵੇਖੀਏ। ਸਤਿਗੁਰੂ ਗੁਰੂ ਨਾਨਕ ਮਹਾਰਾਜ ਨੇ ਦੁੱਖ ਦਾਰੂ ਸ਼ਬਦ ਕਿਉਂ ਵਰਤਿਆ, ਦੁੱਖ ਨਾਲ ਦਾਰੂ ਲਫ਼ਜ਼ ਕਿਉਂ ਵਰਤਿਆ? ਦੁੱਖ ਦਾਰੂ ਸੁਖ ਰੋਗ ਭਇਆ, ਜਾਂ ਸੁਖ ਤਾਮ ਨਾ ਹੋਈ। ਕੁਝ ਇਹਨਾਂ ਪੱਖਾਂ ਦੇ ਗਹਿਰੇ ਅਰਥ ਨੇ ਆਪਣੇ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਅਕੀਦਾ ਹੈ, ਜੋ ਵਿਸ਼ਵਾਸ ਹੈ। ਇਹਨਾਂ ਚੀਜ਼ਾਂ ਦੇ ਆਪਣੇ ਬੜੇ ਡੂੰਘੇ ਅਰਥ ਨੇ। ਜਿਨ੍ਹਾਂ ਬੰਦਿਆਂ ਨੇ ਇਹ ਚੀਜ਼ਾਂ ਕੌਮਾਂ ਵੀ ਇਸੇ ਤਰ੍ਹਾਂ ਆਪਣੀ ਜ਼ਿੰਦਗੀ 'ਚ ਵਿਛੋੜੇ ਵੀ ਹੰਢਾਉਂਦੀਆਂ ਨੇ। ਬੜੇ ਮਹਾਨ ਮਹਾਨ ਲੋਕਾਂ ਦੇ ਵਿਛੋੜੇ ਜਦੋਂ ਕੌਮਾਂ ਦੇ ਵਿੱਚੋਂ ਪੈਂਦੇ ਨੇ ਤੇ ਭੁੱਬਾਂ ਨਿਕਲ ਜਾਂਦੀਆਂ ਨੇ। ਬੜੇ ਵੱਡੀਆਂ ਵੱਡੀਆਂ ਤਰਾਸਦੀਆਂ ਜਦੋਂ ਕੌਮਾਂ ਦੇ ਇਤਿਹਾਸ ਵਿੱਚ, ਕੌਮਾਂ ਦੇ ਸਫ਼ਰ, ਕੌਮਾਂ ਦੇ ਜੀਵਨ ਵਿੱਚ ਵਾਪਰਦੀ ਹੈ ਤਾਂ ਇੱਕ ਵਾਰ ਇਵੇਂ ਲੱਗਦਾ ਵੀ ਜਿਵੇਂ ਸੱਥਰ ਵਿਛ ਗਏ ਹੋਣ। ਸਾਡੇ ਨਿੱਜੀ ਜੀਵਨ ਵਾਂਗ ਹੀ ਕੌਮਾਂ ਦੇ ਜੀਵਨ ਵੀ ਹੁੰਦੇ ਨੇ। ਕੌਮਾਂ ਵੀ ਡਿੱਗਦੀਆਂ ਨੇ, ਕੌਮਾਂ ਵੀ ਉੱਠਦੀਆਂ ਨੇ, ਕੌਮਾਂ ਵੀ ਕ੍ਰੋਧ ਵਿੱਚ ਆਉਂਦੀਆਂ ਨੇ, ਕੌਮਾਂ ਵੀ ਮੁਹੱਬਤ ਮਾਣਦੀਆਂ ਨੇ, ਕੌਮਾਂ 'ਚ ਵੀ ਕਲੇਸ਼ ਪੈਂਦਾ ਹੈ, ਕੌਮਾਂ 'ਚ ਵੀ ਇਕੱਠ ਹੁੰਦੇ ਨੇ। ਆਖਰ ਸਾਡੇ ਵਰਗਾ, ਸਾਡੇ ਨਿੱਜੀ ਜੀਵਨ ਵਰਗਾ ਹੀ ਤੇ ਕੌਮਾਂ ਦਾ ਜੀਵਨ ਹੁੰਦਾ ਹੈ। ਬੰਦਾ ਇੱਕ ਇੱਕ ਬੰਦਾ ਰਲ ਕੇ ਹੀ ਤੇ ਇੱਕ ਕੌਮ ਬਣਦੀ ਹੈ ਨਾ।
ਜਿੰਨੇ ਅਸੀਂ ਬੈਠੇ ਹਾਂ, ਜੇ ਅਸੀਂ ਢਹਿੰਦੀ ਕਲਾ 'ਚ ਹੋ ਜਾਵਾਂਗੇ ਤਾਂ ਕੌਮ ਢਹਿੰਦੀ ਕਲਾ 'ਚ ਹੋ ਜਾਏਗੀ। ਇਹ ਤਾਂ ਸਾਡੇ 'ਤੇ ਨਿਰਭਰ ਕਰਦਾ ਹੈ ਨਾ। ਜੇ ਅਸੀਂ ਚੜ੍ਹਦੀ ਕਲਾ ਵਿੱਚ ਰਹਾਂਗੇ, ਕੌਮ ਚੜ੍ਹਦੀ ਕਲਾ 'ਚ ਹੋ ਜਾਏਗੀ। ਇੱਕ ਇੱਕ ਬੰਦਾ ਰਲ ਕੇ ਹੀ ਤਾਂ ਕੌਮ ਨੂੰ ਸਿਰਜਦਾ ਹੈ, ਕੌਮ ਨੂੰ ਬਣਾਉਂਦਾ ਹੈ। ਕੌਮ ਕੋਈ ਹਵਾ 'ਚ ਖਲੋਤੀ ਹੋਈ ਚੀਜ਼ ਤੇ ਨਹੀਂ ਨਾ ਹੁੰਦੀ। ਅੱਜ ਸਾਡਾ ਸੁਭਾਅ ਪਤਾ ਕੀ ਬਣ ਗਿਆ, ਅਸੀਂ ਆਪਣੇ ਨਿੱਜ ਦਾ ਦੂਸ਼ਣ ਵੀ ਸਮੁੱਚੇ ਕੌਮ ਦੇ ਉੱਤੇ ਮੜਦੇ ਜੀ। ਕੌਮ ਦਾ ਬੁਰਾ ਹਾਲ, ਪਹਿਲਾਂ ਤੂੰ ਆਪਣਾ ਤੇ ਵੇਖ। ਤੇਰੇ ਉੱਤੇ ਡਿਪੈਂਡ ਕਰਦਾ ਹੈ। ਤੂੰ ਇੱਕ ਅੰਗ ਹੈ, ਤੂੰ ਇੱਕ ਹਿੱਸਾ ਹੈ। ਪੁਰਾਣੇ ਸਿੱਖ ਇਵੇਂ ਨਹੀਂ ਸਨ ਸੋਚਦੇ। ਉਹ ਆਪਣੇ ਆਪ ਨੂੰ ਪੰਥ ਕਹਿੰਦੇ ਸਨ। ਉਹ ਪੰਥ ਦਾ ਹਿੱਸਾ ਆਪਣੇ ਆਪ ਨੂੰ ਮੰਨਦੇ ਸਨ। ਇੱਕ ਛੋਟੀ ਜਿਹੀ ਘਟਨਾ ਤੁਹਾਡੇ ਸਾਹਮਣੇ ਰੱਖਦਾ ਵੀ ਉਹਨਾਂ ਦਾ ਸੋਚਣ ਦਾ ਢੰਗ ਤੇ ਸਾਡੇ ਸੋਚਣ ਦੇ ਢੰਗ 'ਚ ਕਿੰਨਾ ਗੈਪ, ਕਿੰਨਾ ਫਰਕ ਪੈ ਗਿਆ। ਮੁਦਕੀ, ਫੇਰੂ ਸ਼ਹਿਰ, ਇਹ ਲੜਾਈਆਂ ਅੰਗਰੇਜ਼ਾਂ ਦੇ ਨਾਲ ਸਿੱਖਾਂ ਦੀਆਂ ਹੋਈਆਂ, ਜਿਸ ਵੇਲੇ ਅੰਗਰੇਜ਼ਾਂ ਨੇ ਇਸ ਤੋਂ ਬਾਅਦ ਪੰਜਾਬ 'ਤੇ ਕਬਜ਼ਾ ਕੀਤਾ। ਫੇਰੂ ਸ਼ਹਿਰ ਦੀ ਜੰਗ ਦੇ ਵਿੱਚ ਇਹ ਲੜਾਈਆਂ ਐਸੀਆਂ ਸਨ ਨਾ, ਤੁਸੀਂ ਕਦੇ ਐਂਗਲੋ ਸਿੱਖ ਵਾਰ ਦੀ ਹਿਸਟਰੀ ਪੜ੍ਹ ਕੇ ਵੇਖੋ। ਕਾਲਜੇ ਦਾ ਰੁੱਗ ਭਰਿਆ ਜਾਂਦਾ ਹੈ ਵੀ ਸਾਡੀ ਫੌਜ ਬਿਲਕੁਲ ਅੰਗਰੇਜ਼ਾਂ ਦੇ ਕੈਂਪਾਂ ਤੱਕ ਪਹੁੰਚ ਜਾਂਦੀ ਰਹੀ ਤੇ ਸਾਡੇ ਗਦਾਰ ਲੀਡਰ ਪਿਛਾਂਹ ਨੂੰ ਤੁਰ ਪੈਂਦੇ ਰਹੇ। ਇਸੇ ਕਰਕੇ ਸ਼ਾਹ ਮੁਹੰਮਦ ਨੇ ਕੀਰਨੇ ਦੇ ਰੂਪ ਵਿੱਚ ਇਹ ਬੈਂਤ ਲਿਖਿਆ ਸੀ, ਸ਼ਾਹ ਮੁਹੰਮਦ ਦਾ ਇੱਕ ਸਰਕਾਰ ਬਾਝੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ। ਉਹਦਾ ਇਹ ਬੈਂਤ ਸਮੁੱਚਾ ਪੜ੍ਹਨ ਵਾਲਾ ਹੈ। ਉਹਨੇ ਸਿੱਖਾਂ ਦੀ, ਸਿੱਖ ਫੌਜ ਦੀ ਜਾਂਬਾਜ਼ੀ ਦਾ ਜ਼ਿਕਰ ਕਰਕੇ ਅਖੀਰ ਦੇ ਉੱਤੇ ਆਖਿਆ, ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ, ਜਿਹੜੀਆਂ ਖਾਲਸੇ ਨੇ ਤੇਗਾਂ ਮਾਰੀਆਂ ਨੇ। ਉਹਨੇ ਸਾਰਾ ਦਰੋ ਮਦਾਰ ਉਸ ਸਰਕਾਰ ਨੂੰ ਯਾਦ ਕਰਦਾ ਹੈ। ਕਿਹੜੀ ਸਰਕਾਰ ਨੂੰ? ਮਹਾਰਾਜਾ ਰਣਜੀਤ ਸਿੰਘ ਨੂੰ। ਉਹ ਆਖਦਾ ਇੱਕ ਸਰਕਾਰ ਬਾਝੋਂ। ਇਹਦਾ ਭਾਵ ਕੀ ਸੀ? ਇੱਕ ਸਯੋਗ ਲੀਡਰ ਤੋਂ ਬਾਅਦ ਬਾਝ ਬਿਨਾਂ ਆਹ ਹਸ਼ਰ ਹੈ। ਜਿੱਤਾਂ ਹਾਰਾਂ 'ਚ ਬਦਲ ਜਾਂਦੀਆਂ ਨੇ ਤੇ ਜੇਤੂਆਂ ਨੂੰ ਕੋਈ ਸੰਭਾਲਣ ਵਾਲਾ ਨਹੀਂ ਹੁੰਦਾ। ਖੈਰ, ਮੈਂ ਜ਼ਿਕਰ ਕਰ ਰਿਹਾ ਵੀ ਜਿਸ ਵੇਲੇ ਜੰਗ ਮੁੱਕ ਗਈ, ਜ਼ਖਮੀਆਂ ਦੀ ਸੰਭਾਲ ਹੋ ਰਹੀ ਸੀ, ਔਰ ਜਿਹੜੇ ਪੂਰਬੀਏ ਤੇ ਅੰਗਰੇਜ਼ ਸਿਪਾਹੀ ਸਨ ਉਹ ਕੀ ਕਰਦੇ ਸਨ, ਜਿਹੜਾ ਸਿੱਖ ਸਹਿਕਦਾ ਵੀ ਹੁੰਦਾ ਉਹਨਾਂ ਨੂੰ ਗੋਲੀ ਮਾਰ ਦਿੰਦੇ ਜਾਂ ਤਲਵਾਰ ਨਾਲ ਉਹਦੀ ਸਾਹ ਰਗ ਵੱਢ ਦਿੰਦੇ। ਹਾਲਾਂਕਿ ਜੰਗਾਂ ਦਾ ਪ੍ਰੋਟੋਕਾਲ ਇਹ ਹੁੰਦਾ ਹੈ ਵੀ ਜੰਗ ਜਦੋਂ ਖਤਮ ਹੋ ਗਈ, ਜੰਗਬੰਦੀ ਹੋ ਗਈ ਹੈ, ਉਸ ਤੋਂ ਬਾਅਦ ਜਿਹੜੇ ਜ਼ਖਮੀ ਨੇ ਭਾਵੇਂ ਉਹ ਸਹਿਕਦਾ ਹੀ ਆਖਰੀ ਸਾਹ ਤੇ ਉਹਨੂੰ ਸੰਭਾਲਿਆ ਜਾਂਦਾ ਕਿ ਹੁਣ ਤਾਂ ਜੰਗ ਮੁੱਕ ਗਈ। ਪਰ ਉਹਨਾਂ ਨੇ ਇਕੱਲੇ ਇਕੱਲੇ ਸਿੱਖਾਂ ਨੂੰ ਕਤਲ ਵੀ ਕੀਤਾ ਉਸ ਜੰਗ ਵਿੱਚ, ਜੰਗ ਦੇ ਪ੍ਰੋਟੋਕਾਲ ਵੀ ਤੋੜੇ। ਇਸੇ ਕਰਕੇ ਮੁਹਾਵਰਾ ਵਰਤਿਆ ਜਾਂਦਾ, ਦੁਸ਼ਮਣ ਬਾਤ ਕਰੇ ਅਨਹੋਣੀ। ਜਨੇਵਾ ਦੀ ਸੰਧੀ ਵਿੱਚ ਜਿਹੜੀਆਂ ਗੈਸਾਂ, ਜ਼ਹਿਰੀਲੀਆਂ ਗੈਸਾਂ ਵਰਤਣ ਤੇ ਪਾਬੰਦੀ ਹੈ, ਸਾਡੇ ਦਰਬਾਰ ਸਾਹਿਬ ਦੀ ਹਦੂਦ ਵਿੱਚ ਤਾਂ ਉਹ ਵੀ ਵਰਤੀਆਂ ਗਈਆਂ। ਮਾਂ ਦੀ ਲਾਸ਼ ਦੇ ਕੋਲ ਪਿਆ ਹੋਇਆ ਛੋਟਾ ਜਿਹਾ ਬੱਚਾ, ਉਹਨੂੰ ਲੱਤੋਂ ਫੜ ਕੇ ਜਿਉਂਦੇ ਬੱਚੇ ਨੂੰ ਲਾਸ਼ਾਂ ਦੇ ਟਰੱਕ ਵਿੱਚ ਫੌਜੀ ਸੁੱਟ ਦਿੰਦਾ ਹੈ। ਇਹ ਆਧੁਨਿਕ ਸਮੇਂ ਦੇ ਪ੍ਰੋਟੋਕਾਲ ਨੇ ਜਿਹੜੇ ਮਿੱਟੀ 'ਚ ਰੋਲ ਦਿੱਤੇ ਗਏ ਸਨ। ਤੁਸੀਂ ਇਹਨੂੰ ਕੀ ਸਮਝਦੇ ਹੋ ਕਿ ਮੁੱਠੀ ਭਾਰ ਸਿੱਖਾਂ ਦੇ ਨਾਲ ਸਰਕਾਰ ਨੂੰ ਗੁੱਸਾ? ਨਹੀਂ, ਤੁਹਾਡੀ ਕੌਮੀਅਤ ਨਾਲ ਸਰਕਾਰ ਨੂੰ ਗੁੱਸਾ ਸੀ। ਤੁਹਾਡੇ ਲੱਖ ਮਤਭੇਦ ਲੜਾਕੂਆਂ ਨਾਲ ਹੋ ਸਕਦੇ ਨੇ, ਉਹਨਾਂ ਦੇ ਲੜਨ ਦੇ ਢੰਗ ਨਾਲ ਹੋ ਸਕਦੇ ਨੇ, ਪਰ ਕੀ ਦੁਨੀਆ ਦਾ ਕੋਈ ਬੰਦਾ ਸਿੱਖ ਲੜਾਕੂਆਂ ਤੇ ਜੁਝਾਰੂਆਂ ਦੇ ਨਾਲ ਮਤਭੇਦ ਰੱਖਦਿਆਂ ਹੋਇਆਂ ਵੀ ਸਰਕਾਰ ਦੀ, ਫੌਜ ਦੀ ਕਿਸੇ ਕਾਰਵਾਈ ਨੂੰ ਉਚਿਤ ਠਹਿਰਾ ਸਕਦਾ ਜੋ ਕਰਤੂਤ ਉਹਨਾਂ ਨੇ ਕੀਤੀ ਹੈ? ਮਾਸੂਮ ਬੱਚਿਆਂ ਦੇ ਕਤਲ ਕਰਨੇ, ਪਾਣੀ ਮੰਗਣ ਵਾਲਿਆਂ ਨੂੰ ਠੁੱਡੇ ਮਾਰਨੇ ਤੇ ਗਾਲਾਂ ਕੱਢਣੀਆਂ, ਇੱਥੋਂ ਤੱਕ ਨਾਲੀ ਦਾ ਖੂਨ ਭਰਿਆ ਪਾਣੀ ਵੀ ਪੀਣ ਨਾ ਦਿੱਤਾ ਜਾਣਾ, ਔਰਤਾਂ ਦੀ ਬੇਪਤੀ ਕਰਨੀ, ਦਰਬਾਰ ਸਾਹਿਬ ਦੀ ਲੁੱਟ ਕਰਨੀ, ਉੱਥੋਂ ਦੀ ਦੌਲਤ ਨੂੰ ਲੁੱਟਣਾ ਤੇ ਲਾਇਬ੍ਰੇਰੀਆਂ ਨੂੰ ਅੱਗ ਲਾ ਦੇਣੀ, ਹੋਰ ਅਨੇਕਾਂ ਗੁਰਦੁਆਰਿਆਂ ਦੇ ਉੱਤੇ ਹਮਲਾ ਕਰਨਾ। ਮਿੱਥ ਕੇ, ਇਹਨੂੰ ਮਿੱਥ ਕਿਹਾ ਜਾਂਦਾ ਹੈ। ਇੱਕ ਸਟੇਟ ਦੀ, ਇੱਕ ਤਾਕਤਵਰ ਤੇ ਸੱਤਾਧਾਰੀ ਧਿਰ ਦੀ ਇੱਕ ਖਾਸ ਕੌਮ ਨੂੰ ਟਾਰਗੇਟ ਕਰਕੇ ਕੀਤੀ ਗਈ ਲੜਾਈ, ਇੱਕ ਖਾਸ ਕੌਮ ਨੂੰ ਟਾਰਗੇਟ ਕਰਕੇ ਕੀਤੀ ਗਈ ਜੰਗ, ਉਸ ਨੂੰ ਗੋਡਿਆਂ ਪਰਨੇ ਲਿਆ ਕੇ
ਆਉਣ ਵਾਲੀਆਂ ਸਦੀਆਂ ਤੱਕ ਇਸ ਹਾਲਤ ਵਿੱਚ ਲੈ ਆਉਣਾ ਵੀ ਇਹ ਅੱਖ ਚੁੱਕ ਕੇ ਵੇਖ ਨਾ ਸਕਿਆ। ਤੇ ਇਹਦੇ ਵਿੱਚ ਇਕੱਲੇ ਬਾਹਰ ਵਾਲੇ ਨਹੀਂ, ਜਿਵੇਂ ਪਹਿਲਾਂ ਕਿਹਾ ਸੀ ਨਾ ਵੀ ਇਸ ਘੱਲੂਘਾਰੇ ਨੇ ਸਾਨੂੰ ਇੱਕ ਵੱਖਰਾ ਹੀ ਇਲਮ ਦਿੱਤਾ। ਇਹਨੇ ਸਾਨੂੰ ਇਹ ਵੀ ਯਾਦ ਕਰਾਇਆ ਵੀ ਸਾਡੇ ਸਿਰਾਂ ਤੇ ਬੈਠੇ ਹੋਏ ਸਾਡੇ ਨਾਮ ਨਿਹਾਦ ਆਗੂ ਕਿੱਡੇ ਵਿਕਾਊ ਜ਼ਮੀਰ ਦੇ ਬੰਦੇ ਨੇ, ਕਿੱਡੇ ਲਾਹਨਤ ਦੇ ਅਧਿਕਾਰੀ ਨੇ ਅੱਜ ਤੱਕ ਵੀ। ਖੈਰ, ਕਦੇ ਉਹਨਾਂ ਦੇ ਮੱਥੇ ਤੇ ਤੁਸੀਂ ਮਾਵਟ ਨਹੀਂ ਵੇਖੋਗੇ ਜੂਨ 84 ਦੇ ਘੱਲੂਘਾਰੇ ਨੂੰ ਲੈ ਕੇ, ਕਦੇ ਉਹਨਾਂ ਦੇ ਚਿਹਰਿਆਂ ਦੇ ਉੱਤੇ ਸ਼ਿਕਨ ਤੇ ਉਦਾਸੀ ਨਹੀਂ ਵੇਖੋਗੇ। ਐਡਾ ਵੀ ਕਿਸੇ ਦਾ ਚਿੱਟਾ ਖੂਨ ਹੋ ਜਾਏ, ਇਹ ਪਹਿਲੀ ਵਾਰ ਸਿੱਖਾਂ ਦਾ ਤਜਰਬਾ ਸ਼ਾਇਦ ਇਤਿਹਾਸ ਵਿੱਚ ਹੋਇਆ। ਇੰਨਾ ਵੀ ਕਿਸੇ ਕੌਮ ਦਾ ਆਗੂ ਗਿਰਿਆ ਹੋਇਆ ਹੋ ਸਕਦਾ ਹੈ, ਇਹ ਸਿੱਖਾਂ ਨੂੰ ਪਹਿਲੀ ਵਾਰ ਇਸ ਚੀਜ਼ ਦਾ ਤਜਰਬਾ ਹੋਇਆ। ਇਸੇ ਕਰਕੇ ਮੈਂ ਕਈ ਵਾਰ ਬੇਨਤੀ ਕੀਤੀ ਹੈ ਵੀ ਸ਼ਹੀਦ ਹੋਣ ਵਾਲਿਆਂ ਲਈ ਕੌਮ ਜੈ ਜੈਕਾਰ ਕਿਉਂ ਕਰਦੀ ਹੈ? ਕਿਉਂਕਿ ਉਹਨਾਂ ਨੂੰ ਸਾਹਮਣੇ ਖੜੇ ਹੋਇਆਂ ਜਿਉਂਦਿਆਂ ਦੇ ਵਿੱਚੋਂ ਬਹੁਤਿਆਂ ਦੇ ਵਿੱਚੋਂ ਇੱਕ ਵੀ ਜਿਉਂਦੀ ਜ਼ਮੀਰ ਵਾਲਾ ਨਜ਼ਰ ਨਹੀਂ ਆਉਂਦਾ। ਇਸ ਕਰਕੇ 36 ਸਾਲ ਪਹਿਲਾਂ ਆਪਣੀ ਰੱਤ ਡੋਲ ਜਾਣ ਵਾਲਾ ਸਿੱਖਾਂ ਨੂੰ ਲੱਗਿਆ ਆਪਣੇ ਕਾਜ ਨੂੰ ਸਮਰਪਿਤ ਤੇ ਸੀ ਨਾ, ਜੋ ਲੜਿਆ ਤੇ ਆਪਣਾ ਆਪ ਕੁਰਬਾਨ ਵੀ ਤੇ ਕੀਤਾ ਨਾ, ਉਹਦੇ ਤੇ ਇਲਜ਼ਾਮ ਤੇ ਨਹੀਂ ਨਾ ਲੱਗ ਸਕਦਾ ਵੀ ਰਣ ਛੱਡ ਕੇ ਭੱਜਿਆ। ਚੇਤੇ ਵਿੱਚ ਰੱਖੀਏ, ਮੈਂ ਬੇਨਤੀ ਕਰ ਰਿਹਾ ਸਾਂ, ਪੰਥ ਦੇ ਅਰਥ ਉਹਨਾਂ ਲਈ ਕੀ ਸਨ। ਇੱਕ ਬਜ਼ੁਰਗ ਸਿਪਾਹੀ ਜਿਹੜਾ ਹੈ ਨਾ, ਉਹਦੇ ਹੱਥ 'ਚ ਤਲਵਾਰ ਹੈ ਤੇ ਉਹ ਅਜੇ ਸਹਿਕਦਾ ਹੈ। ਟੁੱਟਵੇਂ ਸ਼ਬਦਾਂ 'ਚ ਗੱਲ ਕਰਦਾ ਅੰਗਰੇਜ਼ ਸਿਪਾਹੀ, ਉਹਦੇ ਨਾਲ ਪੂਰਬੀਏ ਦੇਸੀ ਸਿਪਾਹੀ ਸਨ। ਅੰਗਰੇਜ਼ ਕਮਾਂਡਰ ਉਹਦੇ ਕੋਲ ਆਇਆ ਤੇ ਉਹਨੂੰ ਕਿਹਾ ਤਲਵਾਰ ਰੱਖ ਦੇ, ਤਲਵਾਰ ਛੱਡ ਦੇ। ਜਦੋਂ ਉਹਨੂੰ ਟਰਾਂਸਲੇਟ ਕਰਕੇ ਦੇਸੀ ਸਿਪਾਹੀ ਨੇ ਆਖਿਆ ਬਾਬਾ ਤਲਵਾਰ ਰੱਖ ਦੇ, ਜਿੰਨਾ ਚਿਰ ਤੇਰੇ ਹੱਥ 'ਚ ਤਲਵਾਰ ਹੈ ਅਸੀਂ ਸਮਝਾਂਗੇ ਤੂੰ ਆਤਮ ਸਮਰਪਣ ਨਹੀਂ ਕੀਤਾ ਤੇ ਐਵੇਂ ਮਾਰਿਆ ਜਾਏਗਾ, ਹੁਣ ਜੰਗ ਤੁਸੀਂ ਹਾਰ ਗਏ ਹੋ। ਉਸ ਬਾਬੇ ਦੇ ਮੂੰਹ ਤੋਂ ਲਫ਼ਜ਼ ਪਤਾ ਕੀ ਨਿਕਲਿਆ? ਜੇ ਪੰਥ ਦਾ ਹੁਕਮ ਨਹੀਂ। ਤੇ ਸਾਹ ਰਗ ਤੇ ਤਲਵਾਰ ਚੱਲੀ ਤੇ ਬਾਬਾ ਅਗਲੇ ਜਹਾਨ ਨੂੰ ਕੂਚ ਕਰ ਗਿਆ, ਪਰ ਉਹਨੂੰ ਤਲਵਾਰ ਨਹੀਂ ਛੱਡੀ। ਆਖਿਆ ਪੰਥ ਦਾ ਹੁਕਮ ਨਹੀਂ। ਜੋ ਤੁਸੀਂ ਤਾਰੀਖ ਦੇ ਲਫ਼ਜ਼ ਪੜ੍ਹੋ ਤਾਂ ਤੁਸੀਂ ਹੈਰਾਨ ਹੋਵੋਗੇ ਵੀ ਬਾਬਾ ਕਿਹੜੇ ਪੰਥ ਨੂੰ ਉਡੀਕਦਾ ਸੀ। ਨਹੀਂ, ਬਾਬੇ ਦੇ ਸਾਹਾਂ 'ਚ ਪੰਥ ਵਸਦਾ ਹੈ। ਬਾਬੇ ਲਈ ਪੰਥ 4 ਲੀਡਰ ਨਹੀਂ, ਬਾਬੇ ਲਈ ਪੰਥ ਸਪਿਰਿਟ ਹੈ। ਬਾਬੇ ਲਈ ਪੰਥ ਇੱਕ ਵੱਖਰਾ ਵਰਤਾਰਾ ਹੈ। ਅੱਜ ਅਸੀਂ 4 ਬੰਦੇ ਜਿੱਥੇ ਖਲੋ ਜਾਣ ਅਸੀਂ ਕਹਿੰਦੇ ਜੀ ਇਹ ਪੰਥ ਹੈ। ਇਸੇ ਕਰਕੇ ਤੇ ਸਾਡਾ ਬੇੜਾ ਗਰਕ ਹੋ ਰਿਹਾ ਹੈ। ਜਿਹੜਾ ਪੰਥ ਸਾਡੀ ਚੇਤਨਾ ਤੇ ਸੁਰਤ ਦਾ ਹਿੱਸਾ ਹੋਣਾ ਚਾਹੀਦਾ ਸੀ, ਉਹ ਪੰਥ ਅਸੀਂ 4 ਬੰਦਿਆਂ ਤੱਕ ਮਹਦੂਦ ਕਰ ਲਿਆ। ਇਸ ਕਰਕੇ ਉਹਨਾਂ ਦੀਆਂ ਨਜਾਇਜ਼ ਵੀ ਸਾਨੂੰ ਝੱਲਣੀਆਂ ਪੈਂਦੀਆਂ। ਇਹ 18ਵੀਂ ਸਦੀ ਦਾ ਵਰਤਾਰਾ ਤੁਹਾਡੇ ਨਾਲ ਮੈਂ ਸਾਂਝਾ ਕੀਤਾ ਹੈ ਵੀ ਉਸ ਵਕਤ ਵਿੱਚ ਪੰਥ ਦੇ ਸਿੱਖਾਂ ਲਈ ਕੀ ਅਰਥ ਹੁੰਦੇ ਸਨ। ਅੱਜ ਪੰਥ ਧੜਾ ਹੈ, ਉਦੋਂ ਪੰਥ ਸਪਿਰਿਟ ਸੀ। ਹਰ ਸਿੱਖ ਸਮਝਦਾ ਸੀ ਵੀ ਮੈਂ ਪੰਥ ਹਾਂ, ਮੈਂ ਪੰਥ ਦਾ ਹਿੱਸਾ, ਤੇ ਪੰਥ ਤਾਂ ਮੇਰੇ ਸਾਹਾਂ 'ਚ ਕੋਈ ਕੱਢ ਕਿਵੇਂ ਲਏਗਾ। ਜਦੋਂ ਤੁਸੀਂ ਕਹਿੰਦੇ ਹੋ ਨਾ ਪੰਥ ਕੀ ਜੀਤ, ਅਰਦਾਸ 'ਚ ਪੜ੍ਹਦੇ ਹੋ, ਕਦੇ ਆਪਣੇ ਆਪ ਨੂੰ ਸਵਾਲ ਪੁੱਛਿਆ ਕਰੋ ਕਿਹੜੇ ਪੰਥ ਦੀ ਜਿੱਤ ਮੰਗਦੇ ਹੋ। ਕਾਂਗਰਸ 'ਚ ਬੈਠੇ ਸਿੱਖਾਂ ਦੀ, ਅਕਾਲੀਆਂ 'ਚ ਬੈਠੇ ਸਿੱਖਾਂ ਦੀ, ਕਿਸੇ ਹੋਰ ਧੜੇ 'ਚ ਬੈਠੇ? ਨਹੀਂ ਨਹੀਂ, ਇੱਥੇ ਪੰਥ ਦੇ ਅਰਥ ਧੜਾ ਨਹੀਂ। ਇੱਥੇ ਪੰਥ ਦੇ ਅਰਥ ਉਹ ਸਪਿਰਿਟ ਹੈ ਜਿਹੜੀ ਗੁਰੂ ਦੇ ਰਾਹ ਤੇ ਚੱਲ ਕੇ ਇੱਕ ਸਿੱਖ ਨੂੰ ਦੂਜੇ ਸਿੱਖ ਨਾਲ ਜੋੜਦੀ ਹੈ। ਤੁਸੀਂ ਉਹਦੀ ਜਿੱਤ ਮੰਗਦੇ ਹੋ। ਇਸੇ ਕਰਕੇ ਤੁਸੀਂ ਕਹਿੰਦੇ ਹੋ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ। ਇਹ ਤਾਂ ਸਾਡੇ ਬੜੇ ਮਹਾਨ ਅਕੀਦੇ ਨੇ, ਕਦੀ ਅਸੀਂ ਇਹਨਾਂ ਨੂੰ ਧਿਆਨ ਨਾਲ, ਪਰ ਮੁਆਫ ਕਰਨਾ, ਅਸੀਂ ਤਾਂ ਜਾਗਦੇ ਹੀ ਉਦੋਂ ਜਦੋਂ ਮੇਰੇ ਵਰਗੇ ਦਾ ਨਾਂ ਅਰਦਾਸ 'ਚ ਆਉਣਾ ਹੋਵੇ। ਪਹਿਲੀ ਅਰਦਾਸ ਦਾ ਤਾਂ ਮਤਲਬ ਹੀ ਨਹੀਂ ਹੁੰਦਾ ਨਾ ਸਾਡੇ ਲਈ ਕੋਈ। ਖੈਰ, ਮੈਂ ਬਿਨਾਂ ਕਰ ਰਿਹਾ ਵੀ ਅਸੀਂ 36 ਸਾਲ ਪਹਿਲਾਂ ਇਸ ਵਾਪਰੇ ਘੱਲੂਘਾਰੇ ਨੂੰ ਆਪ ਵਿੱਚੋਂ ਬਹੁਤਿਆਂ ਨੇ ਹੰਢਾਇਆ, ਵੇਖਿਆ, ਪਰਿਵਾਰਕ ਤੌਰ 'ਤੇ ਇਹ ਸਾਰਾ ਕੁਝ ਝੱਲਿਆ, ਕੁਰਬਾਨੀਆਂ ਕੀਤੀਆਂ, ਤਬਾਹੀਆਂ ਕਰਾਈਆਂ ਨੇ। ਇਹ ਸਭ ਕੁਝ ਤੁਸੀਂ ਆਪ ਮਾਣਿਆ, ਆਪਣੀਆਂ ਅੱਖਾਂ ਨਾਲ ਵੇਖਿਆ, ਪਰ ਅਜੇ ਵੀ ਬੜੀ ਧੁੰਦ ਹੈ। ਮੈਂ ਕਈ ਵਾਰ ਬੇਨਤੀ ਕਰਦਾ, ਸਾਡੀ ਪੀੜ੍ਹੀ ਦੇ ਸਾਹਮਣੇ, ਸਾਡੀਆਂ ਅਗਲੀਆਂ ਪੀੜ੍ਹੀਆਂ ਦੇ ਸਾਹਮਣੇ ਸਾਡੇ ਪਹਿਲੇ ਹੋ ਗੁਜ਼ਰ ਚੁੱਕਿਆਂ ਨੇ ਇੱਕ ਨਾਕਾਮੀ ਬਹੁਤ ਵੱਡੀ ਛੱਡੀ ਹੈ ਕਿ ਉਹਨਾਂ ਇਸ ਧੁੰਦ ਨੂੰ ਦੂਰ ਕਰਨ ਦਾ ਯਤਨ ਨਹੀਂ ਕੀਤਾ।
ਜਿਸ ਤਰ੍ਹਾਂ ਦਾ ਕੋਈ ਪ੍ਰਾਪੋਗੰਡਾ ਕਰਨਾ ਚਾਹੇ ਕਰਕੇ ਸਭ ਨੂੰ ਗੁੰਮਰਾਹ ਕਰ ਜਾਂਦਾ ਹੈ। ਅਜੇ ਵੀ ਉਹ ਧੁੰਦ ਜਿਹੜੀ ਹੈ ਉਹਨੂੰ ਹਟਾਉਣਾ ਬੜਾ ਜ਼ਰੂਰੀ ਹੈ ਕੌਮ ਵਾਸਤੇ, ਕੌਮ ਦੇ ਜਾਗਦੇ ਲੋਕਾਂ ਵਾਸਤੇ। ਤਾਂ ਹੀ ਅਸੀਂ ਜਿਵੇਂ ਪਹਿਲੇ ਘੱਲੂਘਾਰਿਆਂ ਦੀ ਉਸ ਸਮੁੱਚੀ ਕਾਰਗੁਜ਼ਾਰੀ ਨੂੰ ਵੇਖਦੇ ਹਾਂ, ਇਸ ਘੱਲੂਘਾਰੇ ਤੋਂ ਵੀ ਸਾਡੀ ਕੌਮ ਇਸੇ ਤਰ੍ਹਾਂ ਅਵੇਅਰ ਰਹੇ, ਉਹਨਾਂ ਸ਼ਹੀਦਾਂ ਤੇ ਪਰਉਪਕਾਰੀਆਂ ਨੂੰ ਸਦਾ ਸਿਜਦਾ ਕਰਦੀ ਰਹੇ ਜਿਹੜੇ ਆਪਣੇ ਕਾਜ ਨਾਲ ਵਫਾਦਾਰੀ ਆਪਣਾ ਖੂਨ ਡੋਲ ਕੇ ਪੁਗਾ ਗਏ। ਔਰ ਯਾਦ ਵਿੱਚ ਰੱਖੀਏ, ਮਾਯੂਸੀ ਤੇ ਉਦਾਸੀ ਭਾਵੇਂ ਉਹ ਕਿਸੇ ਵੀ ਘੱਲੂਘਾਰੇ ਨਾਲ ਜੁੜੀ, ਖਾਸ ਤੌਰ ਤੇ ਜੂਨ 84 ਦੇ ਘੱਲੂਘਾਰੇ ਨਾਲ ਜਿਹੜੀ ਸਾਡੇ ਪੱਲੇ ਪਾਈ ਗਈ ਹੈ ਹਕੂਮਤ ਵੱਲੋਂ, ਤੇ ਜਿਸ ਮਾਯੂਸੀ ਨੂੰ ਸਾਡੇ ਪੱਲੇ ਪਾਉਣ ਵਿੱਚ ਸਾਡੇ ਆਗੂਆਂ ਦਾ ਬਹੁਤ ਵੱਡਾ ਯੋਗਦਾਨ ਹੈ, ਇਸ ਨੂੰ ਜਿੰਨਾ ਚਿਰ ਅਸੀਂ ਆਪਣੇ ਦਿਲਾਂ 'ਚੋਂ ਨਹੀਂ ਕੱਢਾਂਗੇ ਅਸੀਂ ਅੱਗੇ ਸੋਚ ਨਹੀਂ ਸਕਾਂਗੇ। ਇਹਨੂੰ ਉਸ ਲੜੀ ਦੇ ਵਿੱਚ ਹੀ ਰੱਖੋ। ਹਕੂਮਤ ਬਦਲੀ ਹੈ ਪਰ ਘੱਲੂਘਾਰਿਆਂ ਦੀ ਮਾਨਸਿਕਤਾ ਨਹੀਂ ਬਦਲੀ, ਇਹ ਵਰਤਾਉਣ ਵਾਲਿਆਂ ਦੀ ਸੁਰਤ ਸੋਚ ਨਹੀਂ ਬਦਲੀ। ਅਗਲੇ ਸਮੇਂ ਵਿੱਚ ਆਪਾਂ ਵਿਚਾਰ ਲੜੀ ਨੂੰ ਅਗੇਰੇ ਤੋਰਨ ਦਾ ਯਤਨ ਕਰਾਂਗੇ। ਸਤਿਗੁਰੂ ਮਹਾਰਾਜ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣ। ਸਮੂਹ ਸ਼ਹੀਦਾਂ ਨੂੰ, ਉਹਨਾਂ ਦੀ ਕੁਰਬਾਨੀ ਨੂੰ, ਸ਼ਹਾਦਤ ਨੂੰ ਕੋਟਾਨ ਕੋਟ ਸਿਜਦਾ ਤੇ ਪ੍ਰਣਾਮ ਹੈ। ਭੁੱਲ ਚੁੱਕ ਦੀ ਖਿਮਾ ਅਦਬ ਸਹਿਤ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।